ਪੰਜਾਬ ਦੀ ਜੇਲ੍ਹਾਂ 'ਚ ਜਿਵੇਂ ਨਸ਼ਾ ਵਿਕਦਾ ਤੇ ਅਵੇਲੇਬਿਲਟੀ ਉਹ ਕਿਧਰੇ ਵੀ ਨਹੀਂ ਹੈ। 15 ਸਾਲ ਪਹਿਲੇ ਦੀ ਗੱਲ ਹੋਣੀ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਸੁਪਰਡੈਂਟ ਜੇਲ੍ਹ ਲਗਾਏ ਗਏ ਅੰਮ੍ਰਿਤਸਰ ਜੇਲ੍ਹ। ਅਸੀਂ ਡਿਸਕਸ਼ਨ ਜਦੋਂ ਕੀਤੀਆਂ ਉਹ ਕਹਿੰਦੇ ਜੀ ਨਵਕਿਰਨ ਜੀ ਸ਼ਹਿਰ 'ਚ ਭਾਵੇਂ ਨਸ਼ਾ ਮੁੱਕ ਜੇ ਜੇਲ੍ਹ 'ਚ ਨਸ਼ਾ ਅਵੇਲੇਬਲ। ਜੇ ਸਰਕਾਰਾਂ ਸੋਚਣ ਕਿ ਅਸੀਂ ਸਭ ਕੁਝ ਆਪਣੇ ਆਪ ਕਰ ਲਾਂਗੇ ਤੇ ਸਭ ਕੁਝ ਉਹਨਾਂ ਨੂੰ ਪਤਾ ਵੀ ਨਹੀਂ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਐਮਐਲਏ ਬਣਾਇਆ ਕਿਉਂਕਿ ਇੱਕ ਅਪਰਾਈਟ ਆਫਸਰ ਹੈ, ਉਹਦੀ ਸੇਵਾਵਾਂ ਲਿੱਤੀਆਂ ਹੀ ਨਹੀਂ। ਤੇ ਜਦੋਂ ਬੰਦੇ ਕੋਲ ਤਾਕਤ ਆ ਜਾਂਦੀ ਹੈ ਉਹ ਲੋਕਾਂ ਨਾਲੋਂ ਟੁੱਟ ਜਾਂਦਾ। ਤੁਸੀਂ ਡੀਜੀਪੀ ਤਾਂ ਬਣਾਤਾ ਆਪਣੇ ਮਨਪਸੰਦ, ਪਰ ਕੀ ਉਹ ਡੀਜੀਪੀ ਜਿਹੜਾ ਹੈਗਾ ਜਿਹੜੀਆਂ ਰਿਪੋਰਟਾਂ ਉਹਦੇ ਕੋਲ ਪਈਆਂ ਨੇ ਡਰੱਗਸ ਦੀਆਂ ਚਟੋਪਾਧਿਆਏ ਹੋਰਾਂ ਨੇ ਦਿੱਤੀਆਂ, ਕਿ ਰਿਪੋਰਟ ਖੋਲ੍ਹਣ ਨੂੰ ਤਿਆਰ ਨੇ? ਅਫਸਰਸ਼ਾਹੀ ਆਪਣੀ ਚਲਾ ਰਹੀ ਹੈ। ਇਹ ਜਿਹੜੀ ਚੀਜ਼ ਇੱਕ ਥੱਲੇ ਗਰਾਊਂਡ ਲੈਵਲ ਤੇ ਲੋਕ ਕਹਿ ਰਹੇ ਨੇ। ਜਦੋਂ ਪ੍ਰੈਜ਼ੀਡੈਂਟ ਰੂਲ ਰਿਹਾ ਪੰਜਾਬ ਵਿੱਚ ਉਦੋਂ ਬੇਲਗਾਮ ਹੋ ਗਈ। ਹੁਣ ਉਹ ਪੈਰ ਹੀ ਨਹੀਂ ਲੱਗਣ ਦਿੰਦੇ ਪੋਲੀਟੀਸ਼ੀਅਨ ਦਾ ਜਿਹਦੇ ਕੋਲ ਤਜਰਬਾ ਨਹੀਂ ਹੁੰਦਾ। ਤੁਹਾਨੂੰ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਦੇ ਪੈਰ ਲੱਗਣ ਦੇ ਰਹੇ ਨੇ ਅਫਸਰ? ਪੰਜਾਬ ਦਾ ਮਾਹੌਲ ਜਿਹੜਾ ਸੁਖਾਵਾਂ ਨਹੀਂ ਹੈਗਾ। ਐਨ ਸ਼ਰੇਆਮ ਗਨਮੈਨ ਦੀ ਹਾਜ਼ਰੀ ਦੇ ਵਿੱਚ ਬੰਦੇ ਮਾਰੇ ਜਾ ਰਹੇ ਨੇ। ਗੋਲਡੀ ਬਰਾੜ ਦੇ ਮੈਂ ਇੰਟਰਵਿਊ ਦਾ ਜ਼ਿਕਰ ਕਰਾਂ, ਉਹ ਵੀ ਇਹੀ ਕਹਿੰਦਾ ਨਜ਼ਰ ਆਉਂਦਾਗਾ ਵੀ ਸਾਨੂੰ ਇਹਨਾਂ ਲੋਕਾਂ ਨੇ ਹੀ ਵਿੱਚ ਗੰਦ ਦੇ ਸਿੱਟਿਆ ਹੈਗਾ। ਜਦੋਂ ਕੋਈ ਬੰਦੂਕ ਚੁੱਕਦਾ ਜਾਂ ਵਾਇਲੈਂਸ ਵੱਲ ਜਾਂਦਾ ਉਹਦੇ ਪਿੱਛੇ ਕੋਈ ਨਾ ਕੋਈ ਕਹਾਣੀ ਹੁੰਦੀ ਹੈ। ਮੈਂ ਰੌਕੀ ਨੂੰ ਪੁੱਛਿਆ, ਮੈਂ ਕਿਹਾ ਤੂੰ ਇਹ ਕਿਹੜੇ ਕੰਮਾਂ 'ਚ ਪੈ ਗਿਆ? ਉਹ ਕਹਿੰਦਾ ਜੀ ਬਸ ਘਰੋਂ ਸੌਖੇ ਸੀਗੇ, ਕੋਈ ਗੱਲ ਨਹੀਂ ਸੀਗੀ, ਲੇਕਿਨ ਐਡਵੈਂਚਰਿਜ਼ਮ ਸੀਗਾ ਵੀ ਇਹ ਵੀ ਕੰਮ ਕਰਕੇ ਦੇਖ ਲਈਏ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ। ਇੱਕ ਵਾਰ ਫਿਰ ਹਾਜ਼ਰ ਹੋਏ ਹਾਂ ਖਾਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਲਈ। ਸਾਰੇ ਪੰਜਾਬ ਦੇ ਵਿੱਚ ਜੇ ਹੁਣ ਦੇ ਮਾਹੌਲ ਦੀ ਗੱਲ ਕਰਦੇ ਹਾਂ, ਲੁੱਟਾਂ ਖੋਹਾਂ ਆਮ ਜਿਹੀ ਗੱਲ ਹੋ ਗਈ। ਖਾਸ ਕਰਕੇ ਜੇ ਦੂਸਰੇ ਪਾਸੇ ਦੇਖਿਆ ਜਾਂਦਾ ਗਾ ਗੋਲੀਆਂ ਨੂੰ ਲੈ ਕੇ, ਹਾਲਾਂਕਿ ਹਥਿਆਰ ਨੂੰ ਲੈ ਕੇ ਪੰਜਾਬ ਸਰਕਾਰ ਨੇ ਕਿਹਾ ਗਾ ਵੀ ਹਥਿਆਰਾਂ ਵਾਲੀਆਂ ਤਸਵੀਰਾਂ ਵੀ ਤੁਸੀਂ ਸੋਸ਼ਲ ਮੀਡੀਆ ਤੋਂ ਪਾਸੇ ਰੱਖ ਦਿਓ, ਯਾਨੀ ਕਿ ਹਟਾ ਦਿਓ, ਨਹੀਂ ਤੁਹਾਡੇ ਤੇ FIR ਹੋ ਜੂਗੀ, ਪਰਚਾ ਹੋ ਜੂਗਾ। ਪਰ ਬਹੁਤ ਸਾਰੀਆਂ ਗੱਲਾਂ ਹੋਰ ਨਿਕਲ ਕੇ ਆ ਰਹੀਆਂ ਗੀਆਂ, ਗੋਲੀਆਂ ਚੱਲ ਰਹੀਆਂ ਗੀਆਂ। ਪਿਛਲੇ ਦਿਨਾਂ ਦੇ ਵਿੱਚ ਬਹੁਤ ਨਾਮੀ ਲੋਕਾਂ ਦੇ ਇੱਥੇ ਕਤਲ ਵੀ ਹੋ ਗਏ। ਇਸ ਚੀਜ਼ ਨੂੰ ਲੈ ਕੇ ਜਾਂ ਪੰਜਾਬ ਦੇ ਹੁਣ ਵਾਲੇ ਮਾਹੌਲ ਦੀ ਗੱਲ ਜੇ ਕਰਦੇ ਨੇ ਬਹੁਤ ਸਾਰੇ ਲੋਕ, ਉਹ ਕਹਿੰਦੇ ਨੇ ਵੀ ਇਹ ਪਿਛਲਾ ਦੌਰ ਆ ਜਿਹੜਾ ਉਹ ਪਰਤਣ ਵਾਲਾ ਗਾ। ਤੇ ਇਸ ਨੂੰ ਲੈ ਕੇ ਅਸੀਂ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਸੀਨੀਅਰ ਐਡਵੋਕੇਟ ਨਵਕਿਰਨ ਸਿੰਘ ਜੀ। ਸਿੰਘ ਸਾਹਿਬ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਐਡਵੋਕੇਟ ਸਾਹਿਬ, ਪਹਿਲਾ ਸਵਾਲ ਤਾਂ ਮੇਰਾ ਇਹੀ ਰਹੂਗਾ, ਪੰਜਾਬ ਦੀ ਜਿਹੜੀ ਮੌਜੂਦਾ ਸਥਿਤੀ ਆ ਤੁਸੀਂ ਕਿਵੇਂ ਦੇਖਦੇ ਹੋ? ਬਹੁਤ ਸਾਰੀਆਂ ਖਬਰਾਂ ਆ ਰਹੀਆਂ ਗੀਆਂ, ਤੁਸੀਂ ਵੀ ਵੱਖੋ-ਵੱਖ ਡਿਬੇਟਸ ਦੇ ਵਿੱਚ ਜਾਂਦੇ ਹੋ, ਨੈਸ਼ਨਲ ਚੈਨਲਾਂ ਦੇ ਉੱਤੇ ਵੀ ਜਾਂਦੇ ਹੋ। ਕੀ ਲੱਗਦਾ ਗਾ ਮਾਹੌਲ ਖਰਾਬ ਹੋ ਰਿਹਾ ਗਾ ਜਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਐਵੇਂ ਹੀ ਮਤਲਬ ਗੱਲਾਂ ਜ਼ਿਆਦਾ ਸੋਸ਼ਲ ਮੀਡੀਆ 'ਤੇ ਵੈਸੇ ਨਹੀਂ? ਨਹੀਂ ਦੇਖੋ, ਇਹਦੇ 'ਚ ਤਾਂ ਕੋਈ ਦੋ ਰਾਇਆ ਨਹੀਂ ਕਿ ਪੰਜਾਬ ਦਾ ਮਾਹੌਲ ਜਿਹੜਾ ਸੁਖਾਵਾਂ ਨਹੀਂ ਹੈਗਾ ਜੀ। ਇਨਸਿਕਿਉਰਿਟੀ ਹੈਗੀ ਹੈ। ਜਿਸ ਤਰੀਕੇ ਨਾਲ ਫਰੋਤੀ ਦੀਆਂ ਘਟਨਾਵਾਂ ਹੋ ਰਹੀਆਂ ਨੇ, ਐਨ ਸ਼ਰੇਆਮ ਗਨਮੈਨ ਦੀ ਹਾਜ਼ਰੀ ਦੇ ਵਿੱਚ ਬੰਦੇ ਮਾਰੇ ਜਾ ਰਹੇ ਨੇ, ਇਹ ਕੋਈ ਚੰਗਾ ਰੁਝਾਨ ਨਹੀਂ ਹੈ ਜੀ। ਹੁਣ ਗੱਲ ਇਹ ਹੈਗੀ ਹੈ ਕਿ ਕੀ ਇਹਦੇ ਵਿੱਚ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਹੈ, ਜਿਹਦੀ ਸਰਕਾਰ ਹੈ, ਉਹ ਕੀ ਰੋਲ ਅਦਾ ਕਰ ਸਕਦੀ ਹੈ, ਅਤੇ ਕੀ ਉਹਨੂੰ ਜਿਹੜੀ ਗੱਲਾਂ ਵਿਰਾਸਤ 'ਚ ਮਿਲੀਆਂ ਨੇ ਉਹਨੂੰ ਕੰਟਰੋਲ ਕਰਨ ਲਈ ਕੀ ਉਹ ਠੀਕ ਕਦਮ ਪੁੱਟ ਰਹੀ ਕਿ ਨਹੀਂ ਪੁੱਟ ਰਹੀ? ਮੇਰੇ ਖਿਆਲ ਇਹ 'ਤੇ ਇੱਕ ਬੜੀ ਜ਼ਰੂਰੀ ਡਿਸਕਸ਼ਨ ਹੋਣੀ ਚਾਹੀਦੀ ਹੈ। ਕਿਉਂਕਿ ਜਦੋਂ ਆਪਾਂ ਗੱਲਾਂ ਕਰਦੇ ਹਾਂ ਜੀ ਕਿ ਮੌਜੂਦਾ ਹਾਲਾਤ ਬੜੇ ਖਰਾਬ ਨੇ ਜੀ, ਤਾਂ ਕ੍ਰਿਟਿਸਾਈਜ਼ ਕੀਤਾ ਜਾਂਦਾ ਗੌਰਮੈਂਟ ਨੂੰ ਜੀ, ਲੇਕਿਨ ਕੀ ਇਸ ਗੌਰਮੈਂਟ ਦੇ ਕਰਕੇ ਇਹ ਹਾਲਾਤ ਮਾੜੇ ਹੋਏ ਕਿ ਪਿੱਛੇ ਜਿਹੜੇ 10-15 ਸਾਲ ਅਸੀਂ ਇਸ ਤਰ੍ਹਾਂ ਦਾ ਰਾਜ ਦਿੱਤਾ ਅਤੇ ਲੋਕਾਂ ਨੂੰ ਜਿਹੜਾ ਹੈਗਾ ਜਾਂ ਜਿਹੜੇ ਯੰਗ ਬੱਚੇ ਹੈਗੇ ਨੇ ਉਹ ਗੈਂਗਸਟਰਿਜ਼ਮ ਵਿੱਚ ਗਏ, ਕਿ ਉਹਨਾਂ ਦਾ ਹੀ ਸਿੱਟਾ ਅੱਜ ਨਿਕਲ ਰਿਹਾ? ਸੋ ਇਹ ਬੜੀ ਵੱਡਾ ਇੱਕ ਵਿਸ਼ਾ ਹੈ ਅਤੇ ਬੜਾ ਇੰਪੋਰਟੈਂਟ ਟੌਪਿਕ ਹੈਗਾ। ਤੁਹਾਨੂੰ ਕੀ ਲੱਗਦਾ ਜ਼ਿੰਮੇਵਾਰ ਕੌਣ ਆ? ਬਹੁਤ ਸਾਰੇ ਲੋਕ ਗੱਲ ਕਰਦੇ ਨੇ ਵੀ ਸਰਕਾਰਾਂ ਕਣੀ ਉਂਗਲ ਹੁੰਦੀ ਹੈ। ਜੇ ਪਿਛਲੇ ਦਿਨਾਂ ਦੇ ਵਿੱਚ ਗੱਲ ਕਰੀਏ, ਜੇ ਗੋਲਡੀ ਬਰਾੜ ਦੇ ਮੈਂ ਇੰਟਰਵਿਊ ਦਾ ਜ਼ਿਕਰ ਕਰਾਂ, ਉਹ ਵੀ ਇਹੀ ਕਹਿੰਦਾ ਨਜ਼ਰ ਆਉਂਦਾਗਾ ਵੀ ਸਾਨੂੰ ਇਹਨਾਂ ਲੋਕਾਂ ਨੇ ਹੀ ਵਿੱਚ ਗੰਦ ਦੇ ਸਿੱਟਿਆ ਹੈਗਾ, ਸਾਡੇ ਤੇ ਗਲਤ ਕੇਸ ਪਾਏ ਗਏ, ਝੂਠੇ ਕੇਸਾਂ 'ਚ ਸਾਨੂੰ ਫਸਾਇਆ ਗਿਆ, ਸਾਡੇ ਮਾਪਿਆਂ ਨੂੰ ਤੰਗ ਕੀਤਾ ਗਿਆ, ਸਾਡੇ ਯਾਰਾਂ ਦੋਸਤਾਂ ਨੂੰ ਤੰਗ ਕੀਤਾ ਗਿਆ, ਤਾਂ ਹੀ ਅਸੀਂ ਇਹ ਰਾਹਾਂ ਦੇ ਉੱਤੇ ਹਾਂ। ਦੇਖੋ, ਗੋਲਡੀ ਬਰਾੜ ਦੀ ਇੰਟਰਵਿਊ ਮੈਂ ਸਾਰੀ ਬੜੀ ਧਿਆਨ ਨਾਲ ਸੁਣੀ ਹੈ ਜੀ, ਕਿਉਂਕਿ ਮੈਂ ਇੱਕ ਮਨੁੱਖੀ ਅਧਿਕਾਰਾਂ ਦਾ ਵਕੀਲ ਹਾਂ ਜੀ। ਅਤੇ ਹਰ ਇਨਸਾਨ ਜਦੋਂ ਕੋਈ ਬੰਦੂਕ ਚੁੱਕਦਾ ਜਾਂ ਵਾਇਲੈਂਸ ਵੱਲ ਜਾਂਦਾ ਉਹਦੇ ਪਿੱਛੇ ਕੋਈ ਨਾ ਕੋਈ ਕਹਾਣੀ ਹੁੰਦੀ ਹੈ ਅਤੇ ਉਸ ਕਹਾਣੀ ਨੂੰ ਸਮਝਣਾ ਬੜਾ ਜ਼ਰੂਰੀ ਹੁੰਦਾ ਹੈ। ਕਿਉਂਕਿ ਜੇ ਤੁਸੀਂ ਇੱਕ ਬੰਦੇ ਨਾਲ ਡੀਲ ਕਰਦੇ ਹੋ ਜੀ, ਅਤੇ ਉਹਦੇ ਨਾਲ ਕ੍ਰਾਈਮ ਖਤਮ ਨਹੀਂ ਹੁੰਦਾ ਜਦ ਤੱਕ ਤੁਸੀਂ ਉਹਦੀ ਜੜ ਨਹੀਂ ਲੱਭਦੇ।
ਸੋ ਮੈਂ ਜੜ ਲੱਭਣ ਦੀ ਵੀ ਕੋਸ਼ਿਸ਼ ਕੀਤੀ ਹੈ ਐਂਡ ਮੈਂ ਗੋਲਡੀ ਬਰਾੜ ਦਾ ਇੱਕ ਇੱਕ ਲਫ਼ਜ਼ ਬੜੇ ਧਿਆਨ ਨਾਲ ਸੁਣਿਆ, ਰਾਦਰ ਮੈਂ ਉਹਨੂੰ ਅੱਗੇ ਸ਼ੇਅਰ ਵੀ ਕੀਤਾ। ਤੇ ਦੇਖਣ ਵਾਲੀ ਗੱਲ ਹੈਗੀ ਹੈ ਕਿ ਹੁਣ ਜਿਵੇਂ ਪੰਜਾਬ ਦੇ ਵਿੱਚ ਇੱਕ ਦੌਰ ਚੱਲਿਆ ਜੀ ਆਪਣਾ ਮਿਲੀਟੈਂਸੀ ਦਾ ਜੀ, ਉਸ ਦੌਰ ਦੇ ਵਿੱਚ ਵੀ ਲੋਕ ਜਿਹੜੇ ਨੇ ਹਥਿਆਰਾਂ ਦਾ ਉਹਨਾਂ ਨੇ ਸਾਥ ਲਿੱਤਾ, ਜਾਂ ਜਿਵੇਂ ਹੁਣ ਨੈਕਸਲਾਈਟ ਮੂਵਮੈਂਟਸ ਹੈਗੀਆਂ ਨੇ ਉਹ ਹਥਿਆਰਾਂ ਦਾ ਜਿਹੜਾ ਹੈਗਾ ਸਹਾਰਾ ਲਿੱਤਾ। ਪ੍ਰੋਬਲਮ ਇਹ ਹੈ ਕਿ ਮੈਂ ਸਮਝਦਾ ਕਿ ਇੱਕ ਤਾਂ ਚਲੋ ਇਹ ਤਾਂ ਹੈਗਾ ਕਿ ਜਿਹੜੀ ਸਰਕਾਰਾਂ ਯੂਥ ਨੂੰ ਫੁੱਲੀ ਜਿਹੜੀਆਂ ਜੌਬ ਨਹੀਂ ਦੇ ਸਕਦੀਆਂ ਪਈਆਂ, ਪਰ ਕੋਈ ਵੀ ਸਰਕਾਰ ਸਾਰੇ ਯੂਥ ਨੂੰ ਜੌਬ ਦੇ ਵੀ ਨਹੀਂ ਸਕਦੀ ਕਿਉਂਕਿ ਸਰਕਾਰੀ ਨੌਕਰੀਆਂ ਇੰਨੀਆਂ ਹੁੰਦੀਆਂ ਨਹੀਂ। ਅੱਛਾ, ਜਦ ਤੱਕ ਤੁਹਾਡੇ ਇੱਥੇ ਇਨਵੈਸਟਮੈਂਟ ਨਾ ਹੋਵੇ, ਮਲਟੀਨੈਸ਼ਨਲਸ ਨਾ ਆਉਣ ਅਤੇ ਜੌਬ ਕ੍ਰੀਏਟਸ ਨਾ ਹੋਣ, ਫਿਰ ਇਹ ਗੱਲ ਹੈ ਕਿ ਕੀ ਪੰਜਾਬ ਦੇ ਨੌਜਵਾਨ ਉਹ ਜੌਬਸ ਕਰਨਾ ਵੀ ਚਾਹੁੰਦੇ ਨੇ। ਹੁਣ ਜਿਵੇਂ ਮੈਂ ਚੰਡੀਗੜ੍ਹ ਦਾ ਐਗਜ਼ਾਮਪਲ ਦੇਵਾਂਗਾ, ਮੈਂ ਹੁਣ ਇਹਨੂੰ ਸੈਗਮੈਂਟਸ 'ਚ ਬਣ ਰਿਹਾ, ਮਤਲਬ ਕਿ ਇੱਕ ਲੋਕ ਕਹਿੰਦੇ ਨੇ ਜੀ ਕਿ ਜਿਹੜੀ ਹੈਗੀ ਹੈ ਜੌਬਲੈਸਨੈਸ ਹੈਗੀ ਹੈ ਜੀ। ਹੁਣ ਚੰਡੀਗੜ੍ਹ ਦੇ ਵਿੱਚ ਜਿੰਨੇ ਵੀ ਸਾਡੇ ਘਰਾਂ ਦੇ ਵਿੱਚ ਲੋਕ ਕੰਮ ਕਰਦੇ ਸੀਗੇ ਜੀ, ਉਹਨਾਂ ਦੇ ਬੱਚਿਆਂ ਨੂੰ ਇੱਥੇ ਜੌਬਸ ਮਿਲੀਆਂ। ਉਹ ਲੋਕ ਜਿਹੜੇ ਨੇ ਉਹੀ ਉਹੀ ਕੰਮ ਕਰ ਰਹੇ ਨੇ ਕਿ ਜਿਹੜੇ ਗੱਡੀਆਂ ਚਲਾ ਰਹੇ ਨੇ, ਟੈਕਸੀ ਚਲਾ ਰਹੇ ਨੇ, ਊਬਰ ਕੈਬ ਲੈ ਲਓ, ਊਬਰ ਮੋਟੋ ਕੈਬ ਲੈ ਲਓ, ਜਿਹੜੇ ਜ਼ੋਮੈਟੋ 'ਤੇ ਕੰਮ ਕਰ ਰਹੇ ਨੇ, ਜਾਂ ਜਿਹੜੇ ਲੋਕੀ ਅਲਾਂਟੇ ਮਾਲ 'ਚ ਜੇ ਸਪੋਜ਼ 10,000 ਬੰਦਾ ਕੰਮ ਕਰ ਰਿਹਾ ਤੇ 10,000 'ਚੋਂ ਤੁਸੀਂ ਦੇਖੋਗੇ ਪੰਜਾਬੀ ਉਹ 'ਚੋਂ ਬੜੇ ਘੱਟ ਹੋਣਗੇ। ਬਿਲਕੁਲ। ਇੱਕ ਤਾਂ ਸਾਡੇ ਪੰਜਾਬੀ ਜਿਹੜੇ ਨੇ ਇਹਨਾਂ ਕੰਮਾਂ ਨੂੰ ਛੋਟਾ ਸਮਝਦੇ ਨੇ ਜੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂਗਾ, ਮੇਰੇ ਘਰ ਜਿਹੜੀ ਮੇਡ ਸਰਵੈਂਟ ਕੰਮ ਕਰਦੀ ਹੈ ਜੀ, ਉਹ ਮੇਰੇ ਤੋਂ 12,000 ਰੁਪਏ ਲੈਂਦੀ ਹੈ ਜੀ, ਲੇਕਿਨ ਝਾਰਖੰਡ ਦੀ ਹੈ। ਸੋ ਸਾਡੇ ਕੁਛ ਜਿਹੜਾ ਇੱਕ ਅਸੀਂ ਪੰਜਾਬੀਆਂ ਦੀ ਇੱਕ ਹੈਗੀ ਹੈ ਖਾਸੀਅਤ ਹੈ ਨਾ ਕਿ ਉਹ ਬੜੇ ਆਪਣਾ ਸਵੈਮਾਨ ਦੇ ਨਾਲ ਜੀਣਾ ਚਾਹੁੰਦੇ ਨੇ। ਉਹ ਸਵੈਮਾਨ ਵੀ ਸਾਡੇ ਰਸਤੇ 'ਚ ਆਉਂਦਾ। ਹੁਣ ਉਹੀ ਕੰਮ ਅਸੀਂ ਇੰਡੀਆ 'ਚ ਤਾਂ ਕਰਨ ਨੂੰ ਤਿਆਰ ਨਹੀਂ, ਪੰਜਾਬ 'ਚ ਕਰਨ ਨੂੰ ਤਿਆਰ ਨਹੀਂ। ਭਾਵੇਂ ਅਸੀਂ 15,000 ਕਮਾਈਏ, ਭਾਵੇਂ 20,000 ਕਮਾਈਏ, ਉਹ ਕੰਮ ਅਸੀਂ ਜਾ ਕੇ ਕੈਨੇਡਾ 'ਚ ਕਰ ਲੈਂਦੇ ਹਾਂ, ਦੁਬਈ 'ਚ ਕੰਮ ਕਰ ਲੈਂਦੇ ਹਾਂ ਜੀ। ਸੋ ਕਿਤੇ ਨਾ ਕਿਤੇ ਸਾਨੂੰ ਸਵੈ ਪੜਚੋਲ ਕਰਨ ਦੀ ਵੀ ਲੋੜ ਹੋਏਗੀ। ਹੁਣ ਆਪਾਂ ਪੰਜਾਬ ਜਾਂਦੇ ਹਾਂ, ਥਾਂ ਥਾਂ ਰੇਹੜੀਆਂ ਲੱਗੀਆਂ ਹੋਈਆਂ, ਉਹ ਸੈਲਫ ਇੰਪਲੋਇਡ ਨੇ ਸਾਰੇ ਜੀ। 90% ਉਹ ਯੂਪੀ ਬਿਹਾਰ ਦੇ ਬੰਦੇ ਨੇ। ਬਿਲਕੁਲ। ਐਂਡ ਉਹ ਦਿਹਾੜੀ ਦਾ 2-3 ਹਜ਼ਾਰ ਰੁਪਏ ਲੈ ਕੇ ਜਾ ਰਹੇ ਨੇ, ਲੇਕਿਨ ਪੰਜਾਬੀ ਉਹ ਕੰਮ ਨਹੀਂ ਕਰੇਗਾ। ਸੋ ਮੇਰਾ ਕਹਿਣ ਦਾ ਮਤਲਬ ਇਹਦੇ ਵੇਰੀਅਸ ਐਂਗਲਸ ਨੇ, ਅਨਇੰਪਲੋਇਮੈਂਟ ਦੇ ਵੀ ਵੇਰੀਅਸ ਐਂਗਲਸ ਨੇ। ਪੰਜਾਬੀ ਇੱਥੇ ਕੰਮ ਕਰਕੇ ਵੀ ਰਾਜ਼ੀ ਨਹੀਂ। ਇੰਡਸਟਰੀਜ਼ ਵਿੱਚ ਦੇਖੋ, ਪੰਜਾਬੀ ਲੇਬਰ ਅੱਜ ਦੀ ਨਹੀਂ, ਸਦੀਆਂ ਤੋਂ ਜਿਹੜੀ ਹੈਗੀ ਹੈ ਉਹ ਜਿਹੜੀ ਨਦਾਰਤ ਹੋ ਗਈ ਹੈ, ਕਿਉਂਕਿ ਪੰਜਾਬੀ ਕੰਮ ਨਹੀਂ ਕਰਦਾ। ਕੰਮ ਦੇ ਨਾਲ ਨਾਲ ਯੂਨੀਅਨਿਜ਼ਮ 'ਚ ਪੈਂਦਾ ਸੀਗਾ। ਜਿਹੜੇ ਯੂਪੀ ਬਿਹਾਰ ਦੇ ਲੇਬਰਰ ਨੇ ਉਹ ਜਿਹੜੇ ਯੂਨੀਅਨਿਜ਼ਮ 'ਚ ਨਹੀਂ ਸੀ ਪੈਂਦੇ। ਹੁਣ ਇਸ ਤਰ੍ਹਾਂ ਹੀ ਜਿਹੜਾ ਪੰਜਾਬੀ ਕੈਨੇਡਾ ਜਾ ਕੇ ਕੰਮ ਕਰ ਰਿਹਾ ਉਹ ਬਿਲਕੁਲ ਠੀਕ ਕੰਮ ਕਰ ਰਿਹਾ, ਤੇ ਗੋਰਾ ਜਿਹੜਾ ਹੈਗਾ ਉਹ ਯੂਨੀਅਨਿਜ਼ਮ ਵਿੱਚ ਪੈ ਰਿਹਾ ਜੀ। ਸੋ ਇੱਥੇ ਸਾਨੂੰ ਯੂਪੀ ਬਿਹਾਰ ਵਾਲਿਆਂ ਨੇ ਰਿਪਲੇਸ ਕਰਤਾ, ਉੱਥੇ ਅਸੀਂ ਗੋਰਿਆਂ ਨੂੰ ਰਿਪਲੇਸ ਕੀਤਾ। ਸੋ ਬੜੀ ਵੱਡੀ ਇੱਕ ਵਿਸ਼ਾ ਹੈਗਾ ਜਿੱਥੇ ਲੰਬੀਆਂ ਡਿਬੇਟਸ ਚੱਲ ਸਕਦੀਆਂ ਨੇ। ਸੋ ਹੁਣ ਦੇਖਣ ਵਾਲੀ ਗੱਲ ਹੈ ਕਿ ਜਿਹੜੇ ਸਾਡੇ ਯੂਥ ਇੱਥੇ ਅਨਇੰਪਲੋਇਡ ਹੈਗੇ ਨੇ, ਉਹਨਾਂ ਨੂੰ ਜੇ ਅਸੀਂ ਕਾਰਗਰ ਢੰਗ ਦੇ ਨਾਲ ਨਹੀਂ ਕਿਸੇ ਪਾਸੇ ਲਾਉਂਦੇ, ਸਪੋਰਟਸ ਵੱਲ ਨਹੀਂ ਲੈ ਕੇ ਜਾਂਦੇ, ਤੇ ਵਿਹਲੇ ਉਹ ਸੜਕਾਂ 'ਤੇ ਘੁੰਮਦੇ ਨੇ ਤੇ ਨਸ਼ੇ ਕਰਦੇ ਨੇ, ਤੇ ਉਹ ਇਹਨਾਂ ਚੀਜ਼ਾਂ 'ਚ ਪੈਣਗੇ। ਹਰੇਕ ਬੰਦਾ ਚਾਹੁੰਦਾ ਈਜ਼ੀ ਮਨੀ ਹੋਵੇ, ਕੋਈ ਵੀ ਨਹੀਂ ਚਾਹੁੰਦਾ ਵੀ ਮੈਨੂੰ ਕੰਮ ਕਰਨਾ ਪਵੇ। ਸੋ ਉਸ ਕਰਕੇ ਜਿਹੜੇ ਲੋਕ ਇਸ ਪਾਸੇ ਚੱਲੇ, ਅੱਛਾ ਕੁਛ ਜਿਹੜੇ ਗੈਂਗਸਟਰਸ, ਕਿਉਂਕਿ ਮੈਂ ਤਾਂ ਉਹਨਾਂ ਦੇ ਕੇਸ ਕਰਦਾ ਹੈ ਨਾ ਜੀ, ਤੇ ਹੁਣ ਜਿਹੜਾ ਪੰਜਾਬ ਦਾ ਸਭ ਤੋਂ ਪਹਿਲਾ ਜਿਹੜਾ ਗੈਂਗਸਟਰ ਸੀਗਾ ਜੀ, ਜਿਹੜਾ ਡਿੰਪੀ ਚਾਂਦਬਾਨ ਸੀਗਾ, ਉਹ ਸਾਡੇ ਨਾਲ ਹੀ ਕਾਲਜ ਪੜ੍ਹਦਾ ਸੀ। ਉਹਦਾ ਜਿਹੜਾ ਚੇਲਾ ਸੀਗਾ ਰੌਕੀ, ਉਹ ਮੇਰਾ ਕਲਾਇੰਟ ਸੀਗਾ, ਜਿਨ੍ਹਾਂ ਨੂੰ ਅੱਜ ਸੋਸ਼ਲ ਮੀਡੀਆ 'ਚ ਗਿਣਿਆ ਜਾਂਦਾ ਵੀ ਇਹ ਲੋਕ ਨੇ ਜਿਹੜੇ ਗੈਂਗਸਟਰਵਾਦ ਦੇ ਮਤਲਬ ਕਿ ਨਮੂਨੇ ਨੇ। ਹੁਣ ਕਿਵੇਂ ਉਹ ਲੋਕ ਜਿਹੜੇ ਅਲਿਓਰਮੈਂਟ ਆਫ ਮਨੀ, ਚੰਗੇ ਭਲੇ ਘਰਾਂ ਦੇ ਅਮੀਰ ਲੋਕ ਜੀ, 200 ਏਕੜ ਜ਼ਮੀਨ ਵਾਲੇ ਜਿਹੜੇ ਨੇ, ਉਹ ਜਾ ਕੇ ਯੂਪੀ ਦੇ ਗੈਂਗਸਟਰ ਨਾਲ ਰਲ ਕੇ ਤੇ ਫਰੋਤੀਆਂ ਲੈਣ ਲੱਗ ਪਏ। ਸੋ ਉਹ ਵੀ ਹੈਗੀ ਹੈ ਅਲਿਓਰਮੈਂਟ ਟੂਵਰਡਸ ਐਡਵੈਂਚਰਿਜ਼ਮ। ਮੈਂ ਰੌਕੀ ਨੂੰ ਪੁੱਛਿਆ ਸੀ, ਰੌਕੀ ਮੇਰੇ ਕੋਲ ਆਇਆ, ਮੈਂ ਉਹਦਾ ਕੇਸ ਫਾਈਲ ਕੀਤਾ ਜੀ ਜਦੋਂ ਜਿਉਂਦਾ ਸੀਗਾ ਜੀ। ਤੇ ਮੈਂ ਕਿਹਾ ਯਾਰ ਤੂੰ ਕਿਸ ਕੰਮ 'ਚ ਪੈ ਗਿਆ? ਇੰਨਾ ਹੈਂਡਸਮ ਬੰਦਾ, 6 ਫੁੱਟ 4 ਇੰਚ ਦਾ ਜੀ, ਤੇ ਮੇਰੇ ਕੋਲ ਬੈਠਾ ਰਿਹਾ, 3-4 ਵਾਰੀ ਆਇਆ ਮੇਰੇ ਕੋਲ। ਮੈਂ ਕਿਹਾ ਤੂੰ ਇਹ ਕਿਹੜੇ ਕੰਮਾਂ 'ਚ ਪੈ ਗਿਆ? ਉਹ ਕਹਿੰਦਾ ਜੀ ਬਸ ਘਰੋਂ ਸੌਖੇ ਸੀਗੇ, ਕੋਈ ਗੱਲ ਨਹੀਂ ਸੀਗੀ, ਲੇਕਿਨ ਐਡਵੈਂਚਰਿਜ਼ਮ ਸੀਗਾ ਵੀ ਇਹ ਵੀ ਕੰਮ ਕਰਕੇ ਦੇਖ ਲਈਏ। ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਦੀ ਸਾਈਕੋਲੋਜੀ ਤੁਹਾਨੂੰ ਸਮਝ ਨਹੀਂ ਪਏਗੀ। ਹੁਣ ਆਪਣਾ ਅਸੀਂ ਕਹਿੰਦੇ ਹਾਂ ਜੀ ਕਿ ਗਨ ਕਲਚਰ ਖਤਮ ਕਰਕੇ ਅਸੀਂ ਸ਼ਾਇਦ ਗੈਂਗਸਟਰਵਾਦ ਖਤਮ ਕਰ ਦਾਂਗੇ, ਬਟ ਪੰਜਾਬੀ ਦੇ ਖੂਨ 'ਚ ਹੀ ਇਹ ਗੱਲ ਹੈਗੀ ਹੈ।
ਹੁਣ ਉਹੀ ਪੰਜਾਬੀ ਜਿਹੜਾ ਹੈ ਅਸੀਂ ਜਦੋਂ ਬਾਰਡਰ ਤੇ ਖੜਾ ਕਰ ਦਿੰਦੇ ਆ, ਉਸੇ ਪੰਜਾਬੀ ਸਪਿਰਿਟ ਦੇ ਨਾਲ ਜਿਹੜਾ ਉਹ ਹਿੰਦੁਸਤਾਨ ਦੇ ਬਾਰਡਰ ਜਿਹੜੇ ਸਿਕਿਉਰ ਕਰ ਦਿੰਦਾ ਜੀ ਹੈ ਜੀ। ਉਹੀ ਪੰਜਾਬੀ ਜਿਹੜਾ ਹੈਗਾ ਹੈ, ਜਦੋਂ ਕਿਸਾਨ ਮੂਵਮੈਂਟ ਵਿੱਚ ਜਾਂਦਾ ਹੈ ਤੇ ਉਸੇ ਸਪਿਰਿਟ ਦੇ ਨਾਲ ਕਿਸਾਨ ਮੂਵਮੈਂਟ ਕਾਮਯਾਬ ਕਰ ਦਿੰਦਾ। ਜਾਂ ਸਦੀਆਂ ਤੋਂ ਜਿਹੜੇ ਹਮਲਾਵਰ ਆਉਂਦੇ ਰਹੇ, ਪੰਜਾਬੀ ਇੱਕ ਜੀਨਸ ਇਸ ਤਰ੍ਹਾਂ ਦੇ ਬਣ ਗਏ ਕਿ ਅਸੀਂ ਬਾਗੀ ਜੇ ਲੋਕ ਬਣ ਗਏ ਹੈ ਨਾ। ਅੱਛਾ, ਜ਼ਿਆਦਤੀਆਂ ਦੇ ਖਿਲਾਫ ਸਾਡਾ ਆਵਾਜ਼ ਬੁਲੰਦ ਕਰਨੀ। ਹੁਣ ਅੱਜ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਇੱਕ ਜੇਲ੍ਹ 'ਚੋਂ ਕੋਈ ਸਿੰਘ ਰਿਹਾ ਹੋਇਆ 8 ਸਾਲਾਂ ਬਾਅਦ ਪੈਰੋਲ ਤੇ ਸ਼ਾਇਦ ਆਇਆ, ਉਹ ਦੱਸ ਰਿਹਾ ਵੀ ਕਿਵੇਂ ਜੇਲ੍ਹਾਂ 'ਚ ਨਸ਼ੇ ਵਿਕਦੇ ਨੇ। ਇਹਨੇ ਕੋਈ ਛੁਪੀ ਗੱਲ ਤਾਂ ਹੈ ਨਹੀਂ, ਸਾਨੂੰ ਵਕੀਲਾਂ ਨੂੰ ਪਤਾ। ਮੈਨੂੰ ਵੀ 35 ਸਾਲ ਹੋ ਗਏ ਵਕਾਲਤ ਕਰਦੇ, ਤੇ ਮੈਂ ਜੇਲ੍ਹਾਂ 'ਚ ਦੁਨੀਆ ਦੀ ਸਾਰੀ ਜੇਲ੍ਹਾਂ 'ਚ ਮੈਂ ਗਿਆ, ਬਟ ਪੰਜਾਬ ਦੀ ਜੇਲ੍ਹਾਂ 'ਚ ਜਿਵੇਂ ਨਸ਼ਾ ਵਿਕਦਾ ਤੇ ਅਵੇਲੇਬਿਲਿਟੀ ਉਹ ਕਿਧਰੇ ਵੀ ਨਹੀਂ ਹੈਗਾ। ਹੁਣ ਹਾਰਡ ਰਿਐਲਿਟੀਜ਼ ਨੇ। ਸੋ ਕਹਿਣ ਦਾ ਮਤਲਬ ਇਹ ਵੇ ਕਿ ਹੁਣ ਆਪਾਂ ਕਹੀਏ ਜੀ ਕਿ ਆਮ ਆਦਮੀ ਪਾਰਟੀ, ਦੇਖੋ ਜੀ ਮੌਜੂਦਾ ਸਮੇਂ ਵਿੱਚ ਇਹ ਗੱਲਾਂ ਖਰਾਬ ਹੋ ਗਈਆਂ ਨੇ। ਮੌਜੂਦਾ ਸਮੇਂ 'ਚ ਗੱਲਾਂ ਖਰਾਬ ਨਹੀਂ ਹੋਈਆਂ, ਸਦੀਆਂ ਤੋਂ ਖਰਾਬ ਸੀਗੀਆਂ। ਮੈਨੂੰ ਯਾਦ ਹੈ 15 ਸਾਲ ਪਹਿਲੇ ਦੀ ਗੱਲ ਹੋਣੀ ਹੈ, ਕੁੰਵਰ ਵਿਜੇ ਪ੍ਰਤਾਪ ਸਿੰਘ ਉਸ ਲਈ ਸੁਪਰਡੈਂਟ ਜੇਲ੍ਹ ਲਗਾਏ ਗਏ ਅੰਮ੍ਰਿਤਸਰ ਜੇਲ੍ਹ ਦੇ ਜੀ। ਤੇ ਅਸੀਂ ਇੱਕ ਕੰਪੇਨ ਸ਼ੁਰੂ ਕੀਤੀ ਵੀ ਜਿਹੜੇ ਸਜ਼ਾਏ ਮੌਤ ਦੇ ਜਿਹੜੇ ਕੈਦੀ ਨੇ ਉਹਨਾਂ ਨੂੰ ਅਸੀਂ ਫ੍ਰੀ ਲੀਗਲ ਏਡ ਪ੍ਰੋਵਾਈਡ ਕਰਾਂਗੇ ਆਪਣੀ ਜਥੇਬੰਦੀ ਵੱਲੋਂ। ਸੋ ਮੈਂ ਉੱਥੇ ਵਿਜ਼ਿਟ ਕੀਤਾ ਤੇ ਕੁੰਵਰ ਵਿਜੇ ਪ੍ਰਤਾਪ ਹੋਰੇ ਮਿਲੇ ਮੈਨੂੰ, ਤੇ ਅਸੀਂ ਡਿਸਕਸ਼ਨ ਜਦੋਂ ਕੀਤੀਆਂ, ਉਹ ਕਹਿੰਦੇ ਜੀ ਨਵਕਿਰਨ ਜੀ, ਸ਼ਹਿਰ 'ਚ ਭਾਵੇਂ ਨਸ਼ਾ ਮੁੱਕ ਜੇ, ਜੇਲ੍ਹ 'ਚ ਨਸ਼ਾ ਅਵੇਲੇਬਲ ਹੈ। ਮੇਰੇ ਖਿਆਲ 15 ਨਹੀਂ ਤਾਂ ਹੋ ਸਕਦਾ 20 ਸਾਲ ਪੁਰਾਣੀ ਗੱਲ ਹੋਵੇ। ਜੇਲ੍ਹ ਮੁਖੀ ਇਹ ਗੱਲ ਕਹਿ ਰਹੇ? ਹਾਂ, ਜੇਲ੍ਹ ਮੁਖੀ, ਹੀ ਵਾਜ਼ ਇਨ ਚਾਰਜ ਐਂਡ ਉਹਨੂੰ ਕੁਝ ਸਮਾਂ ਲਗਾਇਆ ਗਿਆ, ਉਸ ਤੋਂ ਬਾਅਦ ਹਟਾਤਾ ਗਿਆ, ਕਿਉਂਕਿ ਜੇਲ੍ਹ ਦੀ ਜਿੰਨੇ ਵੀ ਜੇਲ੍ਹ ਦੇ ਕੈਡਰ ਦੇ ਬੰਦੇ ਸੀ ਉਹ ਕਰਪਟ ਹੋ ਚੁੱਕੇ ਸੀ। ਤੋ ਜਿਹੜੇ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਬੰਦੇ ਡੈਪੂਟੇਸ਼ਨ ਤੇ ਉੱਥੇ ਭੇਜੇ ਜੀ, ਕਿਉਂਕਿ ਇਹ ਤਾਂ ਉਹਨਾਂ ਨੇ ਦੇਖ ਲਿਆ ਵੀ ਇਹ ਕੰਟਰੋਲ ਨਹੀਂ ਕਰ ਸਕਦੇ। ਉਹਨਾਂ ਨੇ ਕਿਹਾ ਵੀ ਆਈਪੀਐਸ ਅਫਸਰ ਭੇਜੀਏ। ਅੱਗੇ ਆਈਪੀਐਸ ਕੋਈ ਨਹੀਂ ਸੀ, ਕਿਉਂਕਿ ਕੈਡਰ ਸੈਪਰੇਟ ਹੁੰਦਾ ਸੀ, ਜੇਲ੍ਹ ਦਾ ਕੈਡਰ ਸੈਪਰੇਟ ਸੀ। ਫਿਰ ਇਹਨਾਂ ਨੇ ਆਈਪੀਐਸ ਭੇਜਣੇ ਸ਼ੁਰੂ ਕਰਤੇ। ਗੱਲ ਉੱਥੇ ਦੀ ਉੱਥੇ। ਸੋ ਕਹਿਣ ਦਾ ਮਤਲਬ ਹੈ ਇੱਕ ਲਾਰਜਰ ਪਰਸਪੈਕਟਿਵ ਹੈ। ਸਰਕਾਰਾਂ ਨੂੰ ਵੀ, ਜੇ ਸਰਕਾਰਾਂ ਸੋਚਣ ਕਿ ਅਸੀਂ ਸਭ ਕੁਝ ਆਪਣੇ ਆਪ ਕਰ ਲਾਂਗੇ, ਤੇ ਸਭ ਕੁਝ ਉਹਨਾਂ ਨੂੰ ਪਤਾ ਵੀ ਨਹੀਂ ਹੈ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਕੋਈ ਨਾ ਕੋਈ ਕੰਸਲਟੇਸ਼ਨ ਸ਼ੁਰੂ ਕਰਨ। ਜਿਹੜੇ ਲੋਕਾਂ ਨੂੰ ਇਸ ਵੇਲੇ ਤਜਰਬਾ ਹੈਗਾ, ਉਹਨਾਂ ਦੀਆਂ ਸਰਵਿਸਿਜ਼ ਲੈਣ, ਲੋਕਾਂ ਤੋਂ ਮੰਗਾਣ ਵੀ ਸੁਝਾਅ ਦਿਓ। ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਐਮਐਲਏ ਬਣਾਇਆ ਕਿਉਂਕਿ ਇੱਕ ਅਪਰਾਈਟ ਆਫਸਰ ਹੈ, ਉਹਦੀ ਸੇਵਾਵਾਂ ਲਿੱਤੀਆਂ ਹੀ ਨਹੀਂ, ਕਿਉਂਕਿ ਉਹ ਜਿਉਂਦਾ ਜਾਗਦਾ ਬੰਦਾ ਹੈ, ਉਹ ਹਾਂ 'ਚ ਹਾਂ ਨਹੀਂ ਮਿਲਾਉਂਦਾ। ਪਰ ਕਿਤੇ ਨਾ ਕਿਤੇ ਜਿਹੜਾ ਹੈਗਾ, ਇਹਨਾਂ ਨੂੰ ਇਹ ਪ੍ਰੋਬਲਮ ਜਿਹੜੀ ਹੈ ਇਹਨਾਂ ਨੇ ਇਨਹੈਰਿਟ ਕੀਤੀ ਹੈ। ਉਸ ਪ੍ਰੋਬਲਮ ਨੂੰ ਸੋਲਵ ਕਰਨ ਲਈ ਵੀ ਇਹਨਾਂ ਨੂੰ ਸਾਰੀ ਗੱਲਾਂ ਬਾਤਾਂ ਲੋਕਾਂ ਨਾਲ ਚਲਾਉਣੀਆਂ ਪੈਣਗੀਆਂ ਜਿਨ੍ਹਾਂ ਕੋਲ ਤਜਰਬੇ ਹੈਗੇ ਨੇ। ਹੁਣ ਅਸੀਂ ਜੇਲ੍ਹ ਵਿਜ਼ਿਟ ਕਰਦੇ ਰਹੇ, 35 ਸਾਲ ਜੇਲ੍ਹ ਵਿਜ਼ਿਟ ਕੀਤੀ ਹੈ। ਸਾਨੂੰ ਇੱਕ ਗੱਲ ਦਾ ਪਤਾ, ਕਲਾਇੰਟਸ ਦੇ ਜ਼ਰੀਏ ਵੀ ਪਤਾ। ਸੋ ਤੁਹਾਡੇ ਕੋਲ ਜਿਹੜੇ ਲੋਕ ਹੈਗੇ ਹੈ, ਤੁਸੀਂ ਉਹਨਾਂ ਨਾਲ ਡਿਸਕਸ਼ਨ ਕਰੋ, ਲੋਕਾਂ ਤੋਂ ਸੁਝਾਅ ਲਵੋ, ਕੋਈ ਆਲ ਪਾਰਟੀ ਮੀਟਿੰਗ ਬੁਲਾਓ। ਸਿੰਸੈਰਿਟੀ ਐਂਡ ਸਿੰਸੀਅਰਨੈਸ ਜਿਹੜੀ ਹੈਗੀ ਹੈ, ਉਹਦੇ ਨਾਲ ਸਰਕਾਰਾਂ ਓਪਰੇਟ ਨਹੀਂ ਕਰ ਰਹੀ। ਤੁਹਾਨੂੰ ਲੱਗਦਾ ਵੀ ਜਿਹੜੇ ਰਾਜਨੇਤਾ ਨੇ ਉਹਨਾਂ 'ਚ ਸਿੰਸੀਅਰਿਟੀ ਹੈਗੀ ਹੈ? ਨਹੀਂ, ਦੇਖੋ ਰਾਜਨੇਤਾ ਕੋਲ ਪ੍ਰੋਬਲਮ ਇੰਨੀਆਂ ਵੱਡੀਆਂ ਹੁੰਦੀਆਂ ਨੇ ਕਿ ਇਕੱਲਾ ਡੀਲ ਨਹੀਂ ਕਰ ਸਕਦਾ। ਪਰ ਜੇ ਉਹ ਕਿਸੇ ਨੂੰ ਦਾ ਸੁਝਾਅ ਹੀ ਨਾ ਲਵੇ ਜਾਂ ਕਿਸੇ ਨੂੰ ਮਿਲੇ ਨਾ, ਹੈ ਨਾ। ਹੁਣ ਮਾਫ ਕਰਨਾ, ਮੈਂ ਆਪਣੇ ਫੇਸਬੁੱਕ ਪੇਜ ਦੇ ਉੱਤੇ ਰੋਜ਼ ਪ੍ਰੋਬਲਮ ਜਿਹੜੀਆਂ ਹੈਗੀਆਂ ਉਹਨਾਂ ਨੂੰ ਮੈਂ ਲਿਖਦਾ, ਸੋਸ਼ਲ ਮੀਡੀਆ ਤੇ ਵੀ ਲਿਖਦਾ। ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਨੇ, ਉਹ ਮੇਰੇ ਚੰਗੇ ਦੋਸਤ ਵੀ ਸੀਗੇ ਜੀ, ਕਿਉਂਕਿ ਅੱਜ ਤੋਂ ਜਿਹੜੇ ਪਿਛਲੀ ਇਲੈਕਸ਼ਨ ਦੇ ਵਿੱਚ ਮੈਂ ਇਲੈਕਸ਼ਨ ਇੰਚਾਰਜ ਸੀਗਾ ਉਹਨਾਂ ਦਾ। ਮੈਂ ਹਿਊਮਨ ਰਾਈਟਸ ਵਿੰਗ ਦਾ ਜਿਹੜਾ ਇੰਚਾਰਜ ਸੀਗਾ। ਮੇਰੇ ਕਹਿਣ ਤੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਚੋਣ ਮੈਨੀਫੈਸਟੋ ਵਿੱਚ ਇੱਕ ਹਿਊਮਨ ਰਾਈਟਸ ਦਾ ਮੈਨੀਫੈਸਟੋ ਪਾਇਆ। 1 to 1 ਮੇਰੀ ਗੱਲਬਾਤ ਸੀ ਜੀ। ਲੇਕਿਨ ਉਸ ਤੋਂ ਬਾਅਦ ਜਿਹੜਾ ਹੈਗਾ ਇਲੈਕਸ਼ਨ ਤੋਂ ਬਾਅਦ, ਕਿਉਂਕਿ ਫੂਲਕਾ ਜੀ ਪਿੱਛੇ ਹਟ ਗਏ ਤੇ ਮੈਂ ਵੀ ਪਿੱਛੇ ਹਟ ਗਿਆ। ਮੈਂ ਰਿਜ਼ਾਈਨ ਨਹੀਂ ਕੀਤਾ, ਚੁੱਪ ਕਰਕੇ ਬੈਠਾ ਜੀ, ਹੈ ਨਾ, ਕਿਉਂਕਿ ਮੈਂ ਕਿਸੇ ਪੋਲੀਟੀਕਲ ਪਾਰਟੀ ਜਾਣਾ ਨਹੀਂ ਸੀਗਾ। ਮੈਨੂੰ ਆਸ ਸੀਗੀ ਵੀ ਇਹ ਆਮ ਆਦਮੀ ਪਾਰਟੀ ਵਾਲੇ ਡਿਫਰੈਂਟ ਹੈਗੇ ਨੇ, ਇਹਨਾਂ ਨਾਲ ਮੈਂ ਕੁਝ ਬਦਲਾਵ ਲਿਆ ਕੇ ਆ ਸਕਦਾ। ਲੇਕਿਨ ਉਹ ਗੱਲ ਨਹੀਂ ਬਣੀ। ਅੱਜ ਲੱਗਦਾ ਤੁਹਾਨੂੰ ਡਿਫਰੈਂਟ ਨੇ? ਨਹੀਂ, ਡਿਫਰੈਂਟ ਤਾਂ ਹੈਗੇ ਨੇ, ਪਰ ਹਾਲੇ ਉਹਨਾਂ ਕੋਲ ਉਨੀ ਮੈਚਿਓਰਿਟੀ ਨਹੀਂ ਹੈ। ਤੇ ਜਦੋਂ ਬੰਦੇ ਕੋਲ ਤਾਕਤ ਆ ਜਾਂਦੀ ਹੈ, ਉਹ ਲੋਕਾਂ ਨਾਲੋਂ ਟੁੱਟ ਜਾਂਦਾ। ਜਿਹੜਾ ਇੱਕ ਹੋਰ ਗੱਲ ਚੱਲ ਰਹੀ ਹੈ, ਖਾਸ ਕਰਕੇ ਸੱਤਾ ਦੇ ਗਲਾਰਿਆਂ 'ਚ ਚੱਲ ਰਹੀ ਹੈ, ਇਹ ਚੰਡੀਗੜ੍ਹ ਰਾਜਧਾਨੀ ਦੀ ਜੇ ਆਪਾਂ ਗੱਲ ਕਰਦੇ ਹਾਂ, ਵੀ ਅਫਸਰਸ਼ਾਹੀ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਲੋਕ ਨੇ, ਜਾਂ ਆਪਾਂ ਕਹਿ ਦਈਏ ਮੰਤਰੀ ਪਦ ਜਿਨ੍ਹਾਂ ਕੋਲੇ ਨੇ, ਜਾਂ ਕਹਿ ਦਈਏ ਵੀ ਜਿਹੜੇ ਵੱਡੇ ਚਿਹਰੇ ਨੇ, ਜਿਵੇਂ ਤੁਸੀਂ ਕੁੰਵਰ ਵਿਜੇ ਪ੍ਰਤਾਪ ਜੀ ਦੀ ਗੱਲ ਕਰੀ, ਅਫਸਰਸ਼ਾਹੀ ਤੇ ਉਹਨਾਂ ਦੇ ਵਿੱਚ ਗੈਪ ਬਹੁਤ ਜ਼ਿਆਦਾ ਹੈਗਾ। ਕਮਿਊਨੀਕੇਸ਼ਨ ਗੈਪ ਵੀ ਆ, ਹੋਰ ਗੱਲਾਂ ਨੂੰ ਲੈ ਕੇ ਵੀ ਉਵੇਂ ਨਹੀਂ ਬਣ ਰਹੀ। ਅਫਸਰਸ਼ਾਹੀ ਆਪਣੀ ਚਲਾ ਰਹੀ ਹੈ। ਇਹ ਜਿਹੜੀ ਚੀਜ਼ ਇੱਕ ਥੱਲੇ ਗਰਾਊਂਡ ਲੈਵਲ ਤੇ ਲੋਕ ਕਹਿ ਰਹੇ ਨੇ। ਇਸ ਤਰ੍ਹਾਂ ਹੁੰਦਾ ਹੈ,
ਕਿ ਜਿਹੜੀ ਅਫਸਰਸ਼ਾਹੀ ਹੈ ਉਹ ਸਦੀਆਂ ਤੋਂ ਪੋਲੀਟੀਸ਼ੀਅਨਸ ਨੇ ਵਰਤੀ ਹੈ ਜੀ। ਹੁਣ ਜਦੋਂ ਪੋਲੀਟੀਸ਼ੀਅਨ ਆ ਕੇ ਕਹਿੰਦਾ ਜੀ ਕਿ ਮੈਂ ਕਰਪਸ਼ਨ ਕਰਨੀ ਹੈ, ਉਹਨੇ ਪੈਸੇ ਕਮਾਣੇ ਨੇ, ਉਹਨੇ ਅਫਸਰਾਂ ਦੇ ਰਾਹੀਂ ਕਮਾਣੇ ਨੇ, ਇਕੱਲਾ ਤਾਂ ਕਮਾ ਨਹੀਂ ਸਕਦਾ ਜੀ। ਸੋ ਸਾਡੀ ਅਫਸਰਸ਼ਾਹੀ ਜਿਹੜੀ ਹੈ ਜਦੋਂ ਪ੍ਰੈਜ਼ੀਡੈਂਟ ਰੂਲ ਰਿਹਾ ਪੰਜਾਬ ਵਿੱਚ ਜੀ, ਉਦੋਂ ਬੇਲਗਾਮ ਹੋ ਗਈ। ਉਦੋਂ ਇਹ ਰਾਜੇ ਸੀਗੇ, ਇਹਨਾਂ ਨੇ ਚੰਡੀਗੜ੍ਹ ਦੇ ਆਸ-ਪਾਸ 100 ਕਿੱਲਾ ਦੇ ਆਪਣੇ ਫਾਰਮ ਬਣਾਏ ਹੋਏ ਨੇ, ਇੰਜੋਏ ਕੀਤਾ। ਅੱਜ ਕਰੋੜਾਪਤੀ ਹੈਗੇ ਨੇ ਜੀ। ਮੈਂ ਜਿਹੜੇ 8-10% ਕੋਈ ਚੰਗੇ ਬੰਦੇ, ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ, ਸਾਰੇ ਕਦੀ ਮਾੜੇ ਨਹੀਂ ਹੁੰਦੇ ਜੀ, ਪਰ ਜ਼ਿਆਦਾ ਲੋਕ ਕਰਪਟ ਹੈਗੇ ਨੇ। ਹੁਣ ਉਹ ਪੈਰ ਹੀ ਨਹੀਂ ਲੱਗਣ ਦਿੰਦੇ ਪੋਲੀਟੀਸ਼ੀਅਨ ਦਾ ਜਿਹਦੇ ਕੋਲ ਤਜਰਬਾ ਨਹੀਂ ਹੁੰਦਾ। ਹੁਣ ਰਿਪੋਰਟਾਂ ਆਪਾਂ ਹੁਣ ਗੱਲ ਕਰ ਲਈਏ ਕਿ ਕੀ ਸਿੰਸੀਅਰ ਐਫਰਟਸ ਹੋ ਰਹੇ ਨੇ। ਹੁਣ ਤੁਸੀਂ ਡੀਜੀਪੀ ਤਾਂ ਬਣਾਤਾ ਆਪਣੇ ਮਨਪਸੰਦ ਜੀ, ਪਰ ਕੀ ਉਹ ਡੀਜੀਪੀ ਜਿਹੜਾ ਹੈਗਾ, ਜਿਹੜੀਆਂ ਰਿਪੋਰਟਾਂ ਉਹਦੇ ਕੋਲ ਪਈਆਂ ਨੇ ਡਰੱਗਸ ਦੀਆਂ, ਜਿਹੜੀ ਸਿਧਾਰਥ ਚਟੋਪਾਧਿਆਏ ਹੋਰਾਂ ਨੇ ਦਿੱਤੀਆਂ, ਜਿਹਦੇ ਵਿੱਚ ਕੁਝ ਪੁਲਿਸ ਅਫਸਰ ਨੇਮਡ ਹੈਗੇ ਨੇ ਵੀ ਇਹ ਡਰੱਗਸ ਵਾਲਿਆਂ ਦਾ, ਪੋਲੀਟੀਸ਼ੀਅਨ ਦਾ ਤੇ ਪੁਲਿਸ ਦਾ ਨੈਕਸਸ ਹੈ ਜੀ, ਉਹਨੂੰ ਰਿਵੀਲ ਕੀਤਾ ਹੈ ਕਿ ਉਹ ਰਿਪੋਰਟ ਖੋਲ੍ਹਣ ਨੂੰ ਤਿਆਰ ਨੇ। ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਪਿੱਛੇ ਜੇ ਆਪਣੀ ਇੰਟਰਵਿਊ ਦਿੱਤੀ ਹੈ ਜਿਸ 'ਚ ਉਹਨਾਂ ਨੇ ਕਿਹਾ ਜੀ ਕਿ ਮੈਂ ਰਿਪੋਰਟ ਦਿੱਤੀ ਹੋਈ ਸੀ, ਜੇ ਉਸ ਰਿਪੋਰਟ ਤੇ ਕੰਮ ਕੀਤਾ ਹੁੰਦਾ ਤੇ 2 ਸਾਲ ਪਹਿਲੇ ਜਿਹੜੇ ਗੈਂਗਸਟਰਵਾਦ ਖਤਮ ਹੋ ਸਕਦਾ ਸੀਗਾ ਤੇ ਕਿਲਿੰਗਸ ਅੱਜ ਹੁੰਦੀਆਂ ਨਾ। ਕੀ ਉਹ ਰਿਪੋਰਟ ਪਬਲਿਕ ਕੀਤੀ ਜਾ ਸਕਦੀ ਹੈ? ਕੀ ਉਹਨਾਂ ਨੂੰ ਉਸ ਰਿਪੋਰਟ ਨੂੰ ਕੋਈ ਪੜ੍ਹੇਗਾ? ਮੁਸ਼ਕਿਲ ਤਾਂ ਇਹ ਵੇ ਕਿ ਜੇ ਉਹਨਾਂ ਰਿਪੋਰਟਾਂ ਤੇ ਕਾਰਵਾਈ ਹੋਵੇ ਤਾਂ ਪੁਲਿਸ ਵਾਲੇ ਆਪ ਬੜੇ ਫਸਦੇ ਨੇ। ਨਵਕਰਨ ਜੀ, ਜਿਵੇਂ ਤੁਸੀਂ ਇੱਕ ਗੱਲ ਕਹੀ ਵੀ ਅਫਸਰ ਪੈਰ ਨਹੀਂ ਲੱਗਣ ਦਿੰਦੇ, ਤੁਹਾਨੂੰ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਦੇ ਪੈਰ ਲੱਗਣ ਦੇ ਰਹੇ ਨੇ ਅਫਸਰ ਕੇ ਉਹਨਾਂ ਦੇ ਵੀ ਨਹੀਂ ਲੱਗ ਰਹੇ? ਤੁਸੀਂ ਮੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਕਿਉਂਕਿ ਮੇਰਾ ਕੋਈ ਰਾਬਤਾ ਨਹੀਂ ਉਹਨਾਂ ਦਾ, ਹੈ ਨਾ। ਮੈਂ ਤਾਂ ਜਿਹੜੇ ਮੈਂ ਕੇਸਿਸ ਡੀਲ ਕਰਦਾ ਮੈਂ ਉਹਦੇ ਵਿੱਚ ਦੇਖਦਾ ਕਿ ਉਹਨਾਂ ਕੇਸਿਸ ਦੇ ਵਿੱਚ ਪ੍ਰੈਜ਼ੈਂਟ ਗਵਰਨਮੈਂਟ ਜਿਹੜੀ ਹੈ ਜ਼ਿਆਦਾ ਵੀਕ ਸਾਬਤ ਹੋਈ ਹੈ ਪਿਛਲੀਆਂ ਸਰਕਾਰਾਂ ਤੋਂ। ਦੇਖੋ ਨਾ, ਅਮਰਿੰਦਰ ਸਿੰਘ ਦੀ ਸਰਕਾਰ ਤਾਂ ਅਕਾਲੀਆਂ ਨਾਲ ਰਲੀ ਹੋਈ ਸੀ ਜੀ। ਅਸੀਂ 2013 ਦਾ ਡਰੱਗਸ ਵਾਲਾ ਕੇਸ ਲੜ ਰਹੇ ਹਾਂ, ਸਾਡੀ ਜਥੇਬੰਦੀ ਜੀ, ਉਹਦੇ ਵਿੱਚ ਹੀ ਸਾਰੀਆਂ ਐਕਸ਼ਨਸ ਹੋਏ। ਲੇਕਿਨ ਜਦੋਂ ਰਿਪੋਰਟ ਖੋਲ੍ਹਣ ਦੀ ਵਾਰੀ ਆਈ ਜੀ, ਜਿਹਦੇ ਵਿੱਚ ਚਟੋਪਾਧਿਆਏ ਦੀ ਰਿਪੋਰਟ ਵਿੱਚ ਲਿਖਿਆ ਹੋਇਆ ਵੀ ਕਿਹੜੇ ਪੁਲਿਸ ਵਾਲੇ ਡਰੱਗਸ ਦੇ ਧੰਦਿਆਂ 'ਚ ਇਨਵੋਲਵ ਨੇ, ਤੇ ਜਿਹੜਾ ਹੈਗਾ ਜਿਹੜਾ ਸਰਕਾਰੀ ਵਕੀਲ ਹੈ ਉਹ ਜੱਜ ਨੂੰ ਕਹਿੰਦਾ ਜੀ ਕਿ ਤੁਸੀਂ ਰਿਪੋਰਟ ਖੋਲ੍ਹ ਲਓ, ਜਦੋਂ ਕਿ ਸੇਮ ਸਰਕਾਰੀ ਵਕੀਲ ਜਿਹੜਾ ਐਡਵੋਕੇਟ ਜਨਰਲ ਆਫਿਸ ਨੇ ਬਿਕਰਮਜੀਤ ਸਿੰਘ ਮਜੀਠੀਆ ਦੀ ਰਿਪੋਰਟ ਨੂੰ ਆਪ ਖੋਲ੍ਹ ਕੇ ਉੱਤੇ ਪਰਚਾ ਦਰਜ ਕੀਤਾ। ਸੋ ਸੇਮ ਐਡਵੋਕੇਟ ਜਨਰਲ ਆਫਿਸ ਅੱਜ ਡਿਫਰੈਂਟ ਸਟੈਂਡ ਲੈ ਰਿਹਾ। ਤਾਂ ਅਸੀਂ ਸੋਚਿਆ ਵੀ ਉਸ ਦਾ ਨਵੇਂ ਆਏ ਨੇ, ਹਾਲੇ ਹੱਥ ਪਾ ਰਹੇ ਨੇ ਜੀ, ਲੇਕਿਨ ਮੈਨੂੰ ਲੱਗਦਾ ਇੰਟਰਸਟ ਹੀ ਕੋਈ ਨਹੀਂ ਉਹਨਾਂ ਦਾ। ਸੋ ਅਸੀਂ ਕੀ ਲੜਾਂਗੇ ਜਦੋਂ ਰਿਪੋਰਟਾਂ ਆਣ? ਅੱਛਾ, ਜਿਹੜੇ ਜੱਜ ਹੈਗੇ ਨੇ ਉਹ ਜੱਜਾਂ ਨੂੰ ਕੀ ਪਈ ਹੈ ਜੀ ਰਿਪੋਰਟਾਂ ਖੋਲ੍ਹਣ ਦੀ ਜੀ, ਉਹ ਖੋਲ੍ਹਣਾ ਨਹੀਂ ਚਾਹੁੰਦੇ, ਉਹਨਾਂ ਕੋਲ ਟਾਈਮ ਵੀ ਨਹੀਂ ਹੈ। ਹੁਣ ਜੁਡੀਸ਼ਰੀ ਇੰਨੀ ਓਵਰਬਰਡਨਡ ਹੈ ਕਿ ਉਹਦੇ ਕੋਲ ਸਮਾਂ ਹੀ ਨਹੀਂ ਹੈ। ਸਰਕਾਰਾਂ ਚਾਹੁੰਦੀਆਂ ਨਹੀਂ ਕਿਉਂਕਿ ਉਹ ਚਾਹੁੰਦੇ ਵੀ ਦਬਿਆ ਰਹੇ ਕੰਮ, ਕੱਢੋ। ਸਪੋਜ਼ ਤੁਸੀਂ ਰਿਪੋਰਟ ਨਾਲ ਸਹਿਮਤ ਨਹੀਂ ਹੈਗੇ ਹੋ, ਕੁਝ ਲੋਕ ਐਸੇ ਵੀ ਕਹਿੰਦੇ ਵੀ ਚਟੋਪਾਧਿਆਏ ਦੀ ਰਿਪੋਰਟ ਜਿਹੜੀ ਬਾਇਸਡ ਹੈ, ਉਹਨੂੰ ਰਿਜੈਕਟ ਕਰ ਦਿਓ, ਨਵੀਂ ਸਰਕਾਰ ਰੀਕਨਸੀਡਰ ਕਰ ਸਕਦੀ ਹੈ। ਤੁਸੀਂ ਹੋਮ ਸੈਕਟਰੀ ਨੂੰ ਰਿਪੋਰਟ ਭੇਜ ਦਿਓ, ਉਹਨੂੰ ਰਿਜੈਕਟ ਕਰ ਦਿਓ। ਹੁਣ 2015 ਦੇ ਜਿਹੜੇ ਬੰਦੇ ਐਕਸਟ੍ਰਾਡਾਈਟ ਹੋਣੇ ਸੀਗੇ ਡਰੱਗ ਮੈਟਰਸ ਵਿੱਚ, ਜਿਨ੍ਹਾਂ ਦੇ ਨਾਮ ਉਹਦੇ ਵਿੱਚ ਡਰੱਗ ਮਾਫੀਆ 'ਚ ਆਉਂਦੇ ਨੇ ਜੀ, ਪੰਜਾਬ ਪੁਲਿਸ ਦੇ ਵਾਂਟਡ ਨੇ, ਉਹਨਾਂ ਦੀ ਐਕਸਟ੍ਰੈਡੀਸ਼ਨ ਇਹਨਾਂ ਨੇ ਸ਼ੁਰੂ ਹੀ ਨਹੀਂ ਸੀ ਕੀਤੀ। ਮੇਰੀ ਦਰਖਾਸਤ ਦੇ ਉੱਤੇ ਜਸਟਿਸ ਸੂਰਯਕਾਂਤ ਨੇ ਇਹਨਾਂ ਨੂੰ ਬੁਲਾਇਆ ਵੀ ਤੁਸੀਂ ਐਕਸਟ੍ਰੈਡੀਸ਼ਨ ਕਿਉਂ ਨਹੀਂ ਕਰ ਰਹੇ ਜੀ। ਫਿਰ ਇਹਨਾਂ ਨੇ ਫਾਈਲ ਮੂਵ ਕੀਤੀ, ਫਿਰ ਸੀਬੀਆਈ ਵਾਲਿਆਂ ਨੂੰ ਇਹਨਾਂ ਨੇ ਨਾਲ ਬਿਠਾਇਆ, ਇੱਕ ਕਮੇਟੀ ਫਾਰਮ ਕਰਾਈ, ਫਿਰ ਇਹਨਾਂ ਨੇ ਕਾਰਵਾਈ ਸ਼ੁਰੂ ਕੀਤੀ। ਤੇ ਹੁਣ ਪਤਾ ਚੱਲਿਆ, ਮੈਂ ਅਜੇ ਲੇਟੈਸਟ ਜਿਹੜੀ ਹੈ ਰਿਪੋਰਟ ਮੰਗਾਈ ਤੇ ਉਹਦੇ 'ਚ ਉਹਨਾਂ ਦਾ ਜਵਾਬ ਆਇਆ ਜੀ ਕੁਝ ਓਬਜੈਕਸ਼ਨਸ ਲੱਗੀਆਂ ਹੋਈਆਂ ਹਾਲੇ ਰਿਮੂਵ ਕਰਨੀਆਂ ਨੇ। ਸੋ ਇਮੈਜਿਨ ਕਰੋ ਕਿ 2015 ਤੋਂ ਲੈ ਕੇ 2022 ਤੱਕ ਹਾਲੇ ਓਬਜੈਕਸ਼ਨ ਰਿਮੂਵ ਨਹੀਂ ਹੋਈਆਂ। ਮਤਲਬ ਵੀ ਨਵੀਂ ਸਰਕਾਰ ਹਿਲਜੁਲ ਵੀ ਨਹੀਂ ਕਰ ਰਹੀ। ਉਹ ਮੇਰੀ ਬੇਨਤੀ ਹੋਈ ਹੈ ਕਿ ਪੈਰ ਲੱਗਣ ਦੇਣਗੇ ਤੇ ਹਿਲਜੁਲ ਕਰਨਗੇ ਨਾ। ਜੇ ਤੁਸੀਂ ਚਾਪਲੂਸਾਂ ਦੇ ਆਲੇ ਦੁਆਲੇ ਤੁਹਾਡੇ ਚਾਪਲੂਸ ਬਹਿ ਜਾਣ ਤੇ ਤੁਹਾਡੇ ਕੰਨ ਤੱਕ ਉਹ ਜਿਹੜੀ ਹੈ ਸੱਚ ਨੂੰ ਪਹੁੰਚਣ ਹੀ ਨਾ ਦੇਣ, ਤੇ ਫਿਰ ਤੁਹਾਡੇ ਤੱਕ ਕੀ ਪਹੁੰਚੇਗਾ? ਓਪਨਨੈਸ ਹੋਣੀ ਚਾਹੀਦੀ। ਤੁਹਾਨੂੰ ਲੱਗਦਾ ਹੈਗਾ ਵੀ ਜੇ ਆਉਣ ਵਾਲਾ ਵਕਤ ਦੇਖਦੇ ਹਾਂ, ਹਾਲਾਂਕਿ ਭਵਿੱਖ ਦੇ ਗਰਭ ਦੇ ਵਿੱਚ ਕੀ ਪਿਆ ਕਿਸੇ ਨੂੰ ਨਹੀਂ ਪਤਾ ਹੁੰਦਾ, ਤੁਸੀਂ ਆਪਦੇ ਤਜਰਬੇ ਤੋਂ ਕੀ ਫਾਈਂਡ ਆਊਟ ਕਰ ਰਹੇ ਹੋ? ਖਾਸ ਕਰਕੇ ਇਹ ਡਰੱਗ ਵਾਲੇ ਆਪਾਂ ਮਸਲੇ ਨੂੰ ਲੈ ਲਈਏ, ਐਡਾ ਵੱਡਾ ਮਸਲਾ ਹੈਗਾ, ਇੰਨਾ ਕੁਛ ਹੋ ਗਿਆ, ਸੌਹਾਂ ਤੱਕ ਖਾਧੀਆਂ ਜਾਂਦੀਆਂ ਗਈਆਂ, ਸਟੇਜਾਂ ਤੇ ਆਮ ਤੌਰ ਦੇ ਉੱਤੇ ਬੋਲਿਆ ਜਾਂਦਾ, ਨਾਮ ਲੈ ਬੋਲਿਆ ਜਾਂਦਾ ਵੀ ਫਲਾਨਾ ਬੰਦਾ
ਫਲਾਨੀ ਚੀਜ਼ ਵੇਚਦਾ ਰਿਹਾ, ਆਏ ਹੋਇਆ, ਤੇ ਜਦੋਂ ਪਾਵਰ ਮਿਲਦੀ ਆ, ਕੁਰਸੀ ਮਿਲਦੀ ਆ, ਉਦੋਂ ਗੱਲਾਂ ਬਦਲ ਜਾਂਦੀਆਂ। ਮੇਰਾ ਖਿਆਲ ਸਰਕਾਰਾਂ ਜ਼ਿਆਦਾ ਸਲੋਗਨਰਿੰਗ ਕਰਦੀਆਂ ਨੇ ਜੀ, ਹੈ ਨਾ, ਲੋਕਾਂ ਦੀ ਢਿੱਡ ਭਰਦੀਆਂ ਨੇ, ਮੁੜ ਕੇ ਵੋਟ ਪੋਲਿਟਿਕਸ ਵਿੱਚ ਪੈ ਕੇ ਉਹਨਾਂ ਨੂੰ ਸੂਟ ਹੀ ਨਹੀਂ ਕਰਦਾ ਕਿ ਉਹ ਇਹ ਚੀਜ਼ਾਂ 'ਤੇ ਕੰਮ ਕਰਨ। ਕਿਉਂਕਿ ਜਦੋਂ ਤੁਸੀਂ ਨੈਕਸਸ ਨੂੰ ਤੋੜਨਾ ਹੋਵੇ ਨਾ, ਤੇ ਪੋਲੀਟੀਸ਼ੀਅਨਸ ਆਪ ਵਿੱਚ ਇਨਵੋਲਵ ਹੁੰਦੇ ਨੇ। ਜਿੰਨੇ ਵੀ ਗੈਂਗਸਟਰ ਹੋਏ ਨੇ ਪੰਜਾਬ ਦੇ ਵਿੱਚ, ਉਹਨਾਂ ਨੂੰ ਕਿਧਰੇ ਨਾ ਕਿਧਰੇ ਸਮੇਂ ਦੀ ਸਰਕਾਰਾਂ ਨੇ ਸ਼ਰਨ ਦਿੱਤੀ ਹੈ ਜੀ। ਉਹੀ ਸਟੂਡੈਂਟ ਪੋਲਿਟਿਕਸ ਚਾਹੁੰਦੇ ਨੇ, ਉਹੀ ਤੁਹਾਡੇ ਵੋਟਾਂ ਇਕੱਠੀਆਂ ਕਰਦੇ ਨੇ, ਉਹ ਤੁਹਾਡੇ ਵੋਟ ਬੈਂਕਸ ਨੇ। ਸੋ ਇਸ ਕਰਕੇ ਬੜਾ ਔਖਾ ਕੰਮ ਹੈ ਹੁਣ। ਇਹ ਬੜਾ ਵੱਡਾ ਇੱਕ ਸਵਾਲੀਆ ਚਿੰਨ੍ਹ ਹੈ ਆਮ ਆਦਮੀ ਪਾਰਟੀ ਤੇ, ਪਲੱਸ ਜਿਹੜਾ ਹੈਗਾ ਇੱਕ ਬੜਾ ਵੱਡਾ ਚੈਲੰਜ ਹੈ। ਦੇਖਦੇ ਹਾਂ ਸਮੇਂ ਨਾਲ ਭਗਵੰਤ ਮਾਨ ਜੀ ਇਹਨੂੰ ਕਿਵੇਂ ਡੀਲ ਕਰਦੇ ਨੇ। ਜੀ ਨਵਕਰਨ ਜੀ, ਲਾਸਟ ਸਵਾਲ ਮੇਰਾ, ਜੇ ਸਿੰਗਰਾਂ ਦੀ ਆਪਾਂ ਗੱਲ ਕਰਦੇ ਹਾਂ ਨਾ, ਬਾਰੇ ਲੋਕਾਂ ਦੀ ਗੱਲ ਕਰਦੇ ਹਾਂ ਜਿਹੜੇ ਮਿਊਜ਼ਿਕ ਇੰਡਸਟਰੀ ਨਾਲ ਜਾਂ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਆ, ਤੁਹਾਡੇ ਕੋਲੇ ਵੀ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਕਿ ਐਜ਼ ਆ ਕਲਾਇੰਟ ਆਉਂਦੇ ਹੋਣਗੇ, ਜਿਹੜੀ ਪ੍ਰੋਟੈਕਸ਼ਨ ਬਣੀ ਹੈ ਜਾਂ ਇਹ ਚੀਜ਼, ਇਹ ਬਹੁਤ ਸ਼ਰੇਆਮ ਚੱਲ ਰਿਹਾ ਹੈਗਾ? ਨਹੀਂ, ਇਸ ਤਰ੍ਹਾਂ ਮੇਰੇ ਕੋਲ ਨਹੀਂ, ਕੋਈ ਮੇਰਾ ਕੋਈ ਕਲਾਇੰਟ ਹੈ ਨਹੀਂ, ਹੈ ਨਾ, ਕੋਈ ਮੈਨੂੰ ਪਤਾ ਨਹੀਂ। ਮੈਂ ਤਾਂ ਸੋਸ਼ਲ ਮੀਡੀਆ ਤੇ ਐਕਟਿਵ ਹੋਣ ਕਰਕੇ ਮੈਂ ਪੜ੍ਹਦਾ, ਲੋਕੀ ਇੰਟਰਵਿਊਜ਼ ਵੀ ਦੇ ਰਹੇ ਨੇ, ਕੁਝ ਸਿੰਗਰਸ ਨੇ ਵੀ ਇੰਟਰਵਿਊ ਦਿੱਤੀ, ਇੱਕ ਲੇਡੀ ਨੇ ਪਿੱਛੇ ਜੇ ਦਿੱਤੀ ਹੈ ਜੀ, ਵੀ ਇਹ ਤਾਂ ਨਾਰਮਲ ਗੱਲ ਹੈ। ਠੀਕ ਹੈ ਜੀ। ਨਾਲੇ ਇਹ ਆਪਾਂ ਨੂੰ ਤਾਂ ਪਤਾ ਹੀ ਹੈ ਵੀ ਉਹਦੇ ਗੋਲੀ ਮਾਰੀ ਸੀਗੀ, ਜਿਹੜਾ ਆਪਣਾ ਹੈ ਪਰਮੀਸ਼ ਵਰਮਾ ਹੈ ਨਾ, ਉਹਦੇ ਪੱਟ 'ਚ ਗੋਲੀ ਮਾਰੀ ਹੈ ਉਹਨੂੰ ਡਰਾਉਣ ਲਈ, ਐਂਡ ਉਸ ਤੋਂ ਬਾਅਦ ਉਹਨੇ ਫਿਰੌਤੀ ਵੀ ਦਿੱਤੀ ਹੈ। ਪੁਲਿਸ ਦਾ ਆਪਣਾ ਕੇਸ ਹੈ, ਪੁਲਿਸ ਨੇ ਹਾਲੇ ਉਹਨੂੰ ਕਿਹਾ ਵੀ ਨਾ ਦੇ, ਉਹਨੇ ਫਿਰ ਵੀ ਦਿੱਤੀ। ਕਿਉਂਕਿ ਹੁਣ ਦੇਖੋ ਨਾ, ਜਿਹੜਾ ਬੰਦਾ ਜਿਹੜਾ ਉਹ ਗਾਰਮੈਂਟ ਸੈਲਰ ਕੱਲ ਮਾਰਿਆ ਜੀ, ਇਹ ਸਾਫ਼ ਆ ਗਿਆ ਜੀ ਕਿ 30 ਲੱਖ ਦੀ ਫਿਰੌਤੀ ਮੰਗੀ ਸੀ, ਉਹਨੇ ਨਹੀਂ ਦਿੱਤੀ, ਉਹਨੇ ਗਨਮੈਨ ਲੈ ਲਿਆ, ਉਹਨੂੰ ਫਿਰ ਵੀ ਮਾਰ ਗਏ। ਸੋ ਵੇਅਰ ਆਰ ਵੀ ਹੈਡਿੰਗ? ਸੋ ਸਰਕਾਰਾਂ ਨੂੰ ਜਿਹੜੇ ਐਕਸ਼ਨ ਤੱਕ ਲੈਣੇ ਪੈਣੇ ਨੇ। ਤੁਹਾਨੂੰ ਲੱਗਦਾ ਸਾਰਾ ਸਿਸਟਮ ਟੋਟਲੀ ਕੋਲੈਪਸ ਕਰ ਗਿਆ? ਨਹੀਂ, ਇਹੋ ਜਿਹੀ ਗੱਲ ਨਹੀਂ ਹੁੰਦੀ, ਸਿਸਟਮ ਕੋਲੈਪਸ ਨਹੀਂ ਕਦੀ ਹੁੰਦਾ, ਲੇਕਿਨ ਜਿਹੜੀ ਰੈਮਡੀਅਲ ਮੈਜਰਸ ਲੈਣੇ ਹੁੰਦੇ ਨੇ ਉਹ ਸਰਕਾਰ ਨੂੰ ਰਹਿਣੇ ਚਾਹੀਦੇ ਨੇ। ਉਹਦੇ ਲਈ ਉਹਨਾਂ ਨੂੰ ਸੀਰੀਅਸਨੈਸ ਦਿਖਾਣੀ ਪਏਗੀ, ਸਿੰਸੈਰਿਟੀ ਦਿਖਾਣੀ ਪਏਗੀ, ਉਹ ਹਾਲੇ ਮਿਸਿੰਗ ਹੈ ਜੀ। ਸੋ ਆਸ ਹੈ ਹੁਣ ਇਲੈਕਸ਼ਨਾਂ ਲੜ ਕੇ ਜਿਹੜੇ ਨੇ ਵਿਹਲੇ ਹੋਏ ਨੇ, ਪ੍ਰਧਾਨ ਆਪਣੇ ਸਾਡੇ ਚੀਫ ਮਿਨਿਸਟਰ ਸਾਹਿਬ ਕਹਿੰਦੇ ਗੁਜਰਾਤ ਤੋਂ ਵਿਹਲੇ ਹੋਏ ਨੇ, ਹਿਮਾਚਲ ਤੋਂ ਵਿਹਲੇ ਹੋਏ ਨੇ, ਤੇ ਹੁਣ ਪੰਜਾਬ ਵੱਲ ਧਿਆਨ ਦੇਣਗੇ ਤੇ ਕੋਈ ਇਹਦੇ ਬਾਰੇ ਕੋਈ ਗੱਲਬਾਤ ਸ਼ੁਰੂ ਕਰਨਗੇ। ਜਿਹਨਾਂ ਲੋਕਾਂ ਕੋਲ ਕੋਈ ਨੌਲੇਜ ਹੈ ਉਹਨਾਂ ਨਾਲ ਗੱਲਬਾਤ ਕਰਨੀ ਸ਼ੁਰੂ ਕਰਨਗੇ। ਜੀ ਨਵਕਰਨ ਜੀ, ਤੁਸੀਂ ਆਪਣਾ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਵੈਲਕਮ ਸਰ।